ਗੁਰਬਾਣੀ ਪ੍ਰਸਾਰਣ ਦੇ ਲਈ ਜਲਦ ਟੈਂਡਰ ਮੰਗੇਗੀ ਐਸਜੀਪੀਸੀ। ਧਾਮੀ ਬੋਲੇ ਅਖਬਾਰ ਦੇ ਵਿੱਚ ਦੇਵਾਂਗੇ ਓਪਨ ਟੈਂਡਰ, ਸਬ ਕਮੇਟੀ ਐਗਰੀਮੈਂਟ ਦੀਆਂ ਸ਼ਰਤਾਂ ਕਰੇਗੀ ਤੈਅ। ਵਰਲਡ ਵਾਈਡ ਪ੍ਰਸਾਰਣ ਦੀ ਵੀ ਹੈ ਸ਼ਰਤ। ਸੀਐਮ ਮਾਨ ਦੇ ਇਲਜ਼ਾਮਾਂ ਦਾ ਵੀ ਧਾਮੀ ਨੇ ਦਿੱਤਾ ਜਵਾਬ। ਬੋਲੇ ਐਸਜੀਪੀਸੀ ਪ੍ਰਧਾਨ ਵੀ ਹੈ ਅਕਾਲੀ ਦਲ ਦਾ ਸਿਪਾਹੀ। ਸਰਕਾਰ ਨਹੀਂ ਸਮਝਾਵੇਗੀ ਸਾਨੂੰ ਸਿਧਾਂਤ, ਲਿਮਿਟ ਦੇ ਵਿੱਚ ਰਹਿ ਕੇ ਬਿਆਨ ਦੇਣ ਮੁੱਖ ਮੰਤਰੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਕੀਤੀ ਫ੍ਰੀ ਗੁਰਬਾਣੀ ਪ੍ਰਸਾਰਣ ਦੀ ਵਕਾਲਤ। ਬੋਲੇ ਇਹ ਬਹੁਤ ਗੰਭੀਰ ਮਸਲਾ, ਸਾਰੇ ਚੈਨਲਾਂ ਨੂੰ ਮਿਲਣੇ ਚਾਹੀਦੇ ਨੇ ਹੱਕ, ਫ੍ਰੀ ਟੂ 에ਅਰ ਹੋਵੇ ਗੁਰਬਾਣੀ। ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਸ਼ੁਰੂ ਹੋਇਆ ਵਿਵਾਦ। ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਬੀਜੇਪੀ ਤੇ ਚੁੱਕੇ ਸਵਾਲ। ਕਿਹਾ ਰਾਸ਼ਟਰਪਤੀ ਨੂੰ ਸੱਦਾ ਨਾ ਦੇ ਕੇ ਕੇਂਦਰ ਸਰਕਾਰ ਦਲਿਤ ਅਤੇ ਆਦੀਵਾਸੀਆਂ ਦਾ ਕਰ ਰਹੀ ਹੈ ਅਪਮਾਨ। ਕੇਜਰੀਵਾਲ ਤੇ ਸੀਐਮ ਮਾਨ ਨੂੰ ਮਮਤਾ ਬੈਨਰਜੀ ਨੇ ਦਿੱਤਾ ਸਮਰਥਨ ਦਾ ਭਰੋਸਾ। ਸੰਸਦ ਦੇ ਵਿੱਚ ਕੇਂਦਰ ਦੇ ਆਰਡੀਨੈਂਸ ਦੇ ਖਿਲਾਫ ਖੜੀ ਹੋਵੇਗੀ ਟੀਐਮਸੀ। ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਪ੍ਰਧਾਨ ਮੰਤਰੀ ਦਾ ਵਸ ਚੱਲੇ ਤਾਂ ਬਦਲ ਦੇਣ ਦੇਸ਼ ਦਾ ਨਾਮ। ਪ੍ਰਤਾਪ ਬਾਜਵਾ ਦੀ ਕਾਂਗਰਸ ਹਾਈ ਕਮਾਨ ਨੂੰ ਅਪੀਲ। ਆਮ ਆਦਮੀ ਪਾਰਟੀ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਪਹਿਲਾਂ ਸਟੇਟ ਯੂਨਿਟਸ ਦੇ ਨਾਲ ਸਲਾਹ ਕਰ ਲੈਣਾ। ਆਮ ਆਦਮੀ ਪਾਰਟੀ ਦੀ ਮਦਦ ਹੋਵੇਗੀ, ਬੀਜੇਪੀ ਦੀ ਮਦਦ। ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਸਫਾਈ ਤੇ ਸੀਐਮ ਮਾਨ ਦਾ ਤੰਜ। ਬੋਲੇ ਚੰਨੀ ਸਾਹਿਬ 2-4 ਦਿਨ ਹੋਰ ਲਗਾ ਲੈਣ, ਭਾਣਜੇ ਭਤੀਜਿਆਂ ਤੋਂ ਚੰਗੀ ਤਰ੍ਹਾਂ ਪੁੱਛ ਲੈਣ, ਨਹੀਂ ਤਾਂ ਮੈਂ ਸਾਹਮਣੇ ਲੈ ਕੇ ਆਵਾਂਗਾ ਪਲੇਅਰ। ਰਾਜਸਥਾਨ ਦੇ ਐਮਪੀ ਦੇ ਨਾਲ ਮੀਟਿੰਗ ਤੋਂ ਬਾਅਦ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆਏ ਸੀਐਮ ਮਾਨ। ਪੁੱਛਿਆ ਪਾਣੀ ਨੂੰ ਲੈ ਕੇ ਹਨੂਮਾਨ ਬੈਨੀਵਾਲ ਨੂੰ ਕੀ ਦਿੱਤਾ ਹੈ ਭਰੋਸਾ, ਤਾਂ ਮੁੱਖ ਮੰਤਰੀ ਮਾਨ ਦਾ ਸਪਸ਼ਟੀਕਰਨ। ਕਿਹਾ ਰਾਜਸਥਾਨ ਨੂੰ ਉਸਦੇ ਹਿੱਸੇ ਦਾ ਪਾਣੀ ਹੀ ਮਿਲੇਗਾ, ਪੰਜਾਬ ਦਾ ਹਿੱਸਾ ਨਹੀਂ ਜਾਣ ਦੇਵਾਂਗੇ ਬਾਹਰ। ਬਰਗਾੜੀ ਬੇਅਦਬੀ ਮਾਮਲੇ ਦਾ ਸਾਜ਼ਿਸ਼ਕਰਤਾ ਸੰਦੀਪ ਬਰੀਟਾ ਬੈਂਗਲੁਰੂ 에ਅਰਪੋਰਟ ਤੋਂ ਗ੍ਰਿਫਤਾਰ। ਬਰਗਾੜੀ ਬੇਅਦਬੀ ਦੇ ਨਾਲ ਜੁੜੀਆਂ 3 ਐਫਆਈਆਰ ਦੇ ਵਿੱਚ ਨਾਮਜ਼ਦ। ਕੋਰਟ ਨੇ ਐਲਾਨਿਆ ਹੋਇਆ ਸੀ ਭਗੌੜਾ। ਪੰਜਾਬ ਪੁਲਿਸ ਨੂੰ ਮਿਲੇ 98 ਨਵੇਂ ਐਮਰਜੈਂਸੀ ਰਿਸਪਾਂਸ ਵਹੀਕਲ। ਚੰਡੀਗੜ੍ਹ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਦਿਖਾਈ ਹਰੀ ਝੰਡੀ। ਕੁਝ ਹੀ ਮਿੰਟਾਂ ਦੇ ਵਿੱਚ ਪਹੁੰਚਿਆ ਕਰੇਗੀ ਮਦਦ। ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀਆਂ ਨੂੰ ਕੀਤਾ ਸੰਬੋਧਨ। ਗੁਰੂ ਅਰਜਨ ਦੇਵ ਜੀ ਨੂੰ ਕੀਤਾ ਯਾਦ। ਕਿਹਾ ਉਹਨਾਂ ਦੇ ਜੀਵਨ ਤੋਂ ਲੋਕ ਸੇਵਾ ਕਰਨ ਦੀ ਮਿਲਦੀ ਹੈ ਪ੍ਰੇਰਣਾ। ਕੋਰੋਨਾ ਵੇਲੇ ਗੁਰੂ ਘਰਾਂ ਨੇ ਵਧਾਏ ਸੀ ਮਦਦ ਦੇ ਹੱਥ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਕੇਂਦਰ ਦੇ ਵੱਲੋਂ ਜਾਰੀ ਆਰਡੀਨੈਂਸ ਦੇ ਉੱਤੇ ਵਿਵਾਦ ਭਖਦਾ ਹੋਇਆ ਨਜ਼ਰ ਆਵੇ ਤੇ ਫਿਰ ਦਿੱਲੀ ਦੇ ਮੁੱਖ ਮੰਤਰੀ ਦੇਸ਼ ਭਰ ਦੇ ਵੱਖ-ਵੱਖ ਮੁੱਖ ਮੰਤਰੀਆਂ ਤੋਂ ਸਮਰਥਨ ਲੈਣ ਦੀ ਮੁਹਿੰਮ ਚਲਾ ਦੇਣ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਕੇਂਦਰ ਦੇ ਵੱਲੋਂ ਦਿੱਲੀ ਦੇ ਐਲਜੀ ਨੂੰ ਲੈ ਕੇ ਲਿਆਂਦੇ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਵਿਰੋਧੀ ਧਿਰਾਂ ਦਾ ਸਮਰਥਨ ਜੁਟਾਉਣ ਦੇ ਵਿੱਚ ਲੱਗੀ ਹੋਈ ਹੈ। ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਕੋਲਕਾਤਾ। ਤੇ ਇਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ तमाम ਆਗੂ ਪੱਛਮੀ ਬੰਗਾਲ ਪਹੁੰਚੇ ਤੇ ਕੋਲਕਾਤਾ 'ਚ ਮਮਤਾ ਬੈਨਰਜੀ ਦੇ ਨਾਲ ਮੁਲਾਕਾਤ ਕੀਤੀ। जहां बीजेपी की सरकार नहीं बनती वहां कानून का गलत इस्तेमाल करके गवर्नर के जरिए ऑर्डिनेंस पास करके ये तरह तरह से उस नॉन बीजेपी गवर्नमेंट को काम ही नहीं करने देते। हमने वेस्ट बंगाल में भी देखा गवर्नर कैसे तंग कर रहे हैं, हमने वहां भी देखा, पंजाब में भी देख रहे हैं, पूरे तमिलनाडु में देख रहे हैं, तेलंगाना में देख रहे हैं किस तरह से गवर्नर तंग कर रहे हैं। और अब दिल्ली के अंदर इन्होंने जो किया वो तो बिल्कुल ही जनतंत्र के खिलाफ है। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕੇਂਦਰ ਨੂੰ ਸੁਪਰੀਮ ਕੋਰਟ ਦਾ ਫੈਸਲਾ ਸਵੀਕਾਰ ਕਰਨ ਦੀ ਨਸੀਹਤ ਦਿੱਤੀ ਤੇ ਆਮ ਆਦਮੀ ਪਾਰਟੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਵੀ ਕਰ ਦਿੱਤਾ। क्या नहीं है, पुलिस है, सब कुछ है आपका अंडर में, तो ये लोग चुनाव में जाएगा, लड़ेगा और इसको सब तोड़ देंगे। ये बात नहीं चल सकता है। लोकतंत्र रहेगा तो हमारा देश बचेगा, लोकतंत्र नहीं रहेगा तो हमारा देश नहीं बचेगा। इसी के लिए जितना जल्दी ये बीजेपी पार्टी को हटाना हम लोग को सबका काम है और ये काम पे हम लोग एक साथ में चलेंगे। ਕੇਂਦਰੀ ਵਜ਼ਾਰਤ ਦੇ ਵਿਰੋਧ ਦੇ ਵਿੱਚ 3 ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੋਰਚਾਬੰਦੀ ਹੋ ਰਹੀ ਹੋਵੇ ਤਾਂ ਸਿਆਸੀ ਗਲਿਆਰਿਆਂ ਦੇ ਵਿੱਚ ਫਰਕ ਤਾਂ ਪੈਂਦਾ ਹੈ। ਤੇ ਮੋਰਚਾਬੰਦੀ ਕੀ ਰੰਗ ਲੈ ਕੇ ਆਉਂਦੀ ਹੈ ਉਸ ਦੇ ਉੱਤੇ ਵੀ ਨਜ਼ਰ ਰਹਿਣਗੀਆਂ। ਪਰ ਇਸ ਸਭ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਨੇ ਇੱਥੋਂ ਤੱਕ ਕਹਿ ਦਿੱਤਾ
ਕਿ ਰਾਜ ਸਭਾ ਦੇ ਵਿੱਚ ਜਦੋਂ ਆਰਡੀਨੈਂਸ ਬਿੱਲ ਦਾ ਰੂਪ ਲੈ ਕੇ ਪਾਰਲੀਮੈਂਟ ਦੇ ਸਦਨਾਂ ਦੇ ਵਿੱਚ ਪਹੁੰਚੇਗਾ ਤੇ ਜੇ ਰਾਜ ਸਭਾ ਦੇ ਵਿੱਚ ਪਾਸ ਨਹੀਂ ਹੁੰਦਾ ਤਾਂ ਫਿਰ ਇਹ ਸਿੱਧੇ ਤੌਰ ਦੇ ਉੱਤੇ ਸੈਮੀਫਾਈਨਲ ਹੋਏਗਾ 2024 ਦਾ, ਯਾਨੀ ਕਿ ਇਲੈਕਸ਼ਨ ਤੋਂ ਪਹਿਲਾਂ ਵਿਰੋਧੀਆਂ ਦੀ ਮੋਰਚਾਬੰਦੀ ਇਲੈਕਸ਼ਨ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾ ਰਹੀ ਹੈ। ਇਸ ਸਭ ਦੇ ਵਿਚਾਲੇ ਕਾਂਗਰਸ ਦਾ ਸਮਰਥਨ ਰਾਜ ਸਭਾ ਦੇ ਅੰਦਰ ਮਿਲਣਾ ਕਿ ਆਮ ਆਦਮੀ ਪਾਰਟੀ ਦੇ ਲਈ ਟੇਢੀ ਖੀਰ ਸਾਬਤ ਹੋ ਸਕਦਾ ਹੈ। ਅਸੀਂ ਇਹ ਗੱਲ ਕਿਉਂ ਕਹਿ ਰਹੇ ਹਾਂ? ਕਿਉਂਕਿ ਪ੍ਰਤਾਪ ਬਾਜਵਾ ਦੀ ਇੱਕ ਸਟੇਟਮੈਂਟ ਆਈ ਹੈ। ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਕਾਂਗਰਸ ਹਾਈ ਕਮਾਨ ਨੂੰ ਅਪੀਲ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਦਦ ਨਾ ਕੀਤੀ ਜਾਵੇ, ਮਦਦ ਤੋਂ ਪਹਿਲਾਂ ਸਟੇਟ ਯੂਨਿਟਸ ਦੇ ਨਾਲ ਸਲਾਹ ਕਰ ਲੈਣ। ਆਮ ਆਦਮੀ ਪਾਰਟੀ ਦੀ ਮਦਦ ਦੇ ਨਾਲ ਬੀਜੇਪੀ ਨੂੰ ਸੂਬਿਆਂ ਦੇ ਵਿੱਚ ਮਦਦ ਮਿਲੇਗੀ। ਆਮ ਆਦਮੀ ਪਾਰਟੀ ਹੀ ਬੀਜੇਪੀ ਦੀ ਬੀ ਟੀਮ ਹੈ। ਆਮ ਆਦਮੀ ਪਾਰਟੀ ਕਿਸੇ ਵੀ ਤਰ੍ਹਾਂ ਦੀ ਮਦਦ ਦੇ ਉੱਤੇ ਹਮਦਰਦੀ ਦੀ ਹੱਕਦਾਰ ਨਹੀਂ ਹੈ। ਇਹ ਪ੍ਰਤਾਪ ਬਾਜਵਾ ਕਹਿ ਰਹੇ ਨੇ ਆਪਣੀ ਹਾਈ ਕਮਾਨ ਨੂੰ ਕਿ ਜੇਕਰ ਤੁਸੀਂ ਕੋਈ ਡਿਸੀਜਨ ਲੈ ਰਹੇ ਹੋ ਜਾਂ ਫਿਰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਬਾਰੇ ਕੁਝ ਸੋਚ ਰਹੇ ਹੋ ਤਾਂ ਪਹਿਲਾਂ ਜਿਹੜੀਆਂ ਸਟੇਟ ਯੂਨਿਟਸ ਨੇ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰ ਲੈਣਾ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕਾਂਗਰਸ ਵਰਕਰਾਂ ਦੇ ਖਿਲਾਫ ਬਦਲਾਖੋਰੀ ਕਰ ਰਹੀ ਹੈ। ਪੁਲਿਸ ਤੇ ਜਾਂਚ ਏਜੰਸੀਆਂ ਦੇ ਜ਼ਰੀਏ ਕਾਂਗਰਸੀ ਲੀਡਰਾਂ ਤੇ ਵਰਕਰਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਇਹ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਹੈ। ਦਰਅਸਲ ਆਮ ਆਦਮੀ ਪਾਰਟੀ ਕਾਂਗਰਸ ਤੋਂ ਮਦਦ ਦੀ ਮੰਗ ਕਰ ਰਹੀ ਹੈ, ਉਮੀਦ ਵੀ ਕਰ ਰਹੀ ਹੈ ਕਿ ਜਦੋਂ ਦਿੱਲੀ ਦੇ ਐਲਜੀ ਨੂੰ ਨਵੀਆਂ ਪਾਵਰਸ ਦੇਣ ਵਾਲਾ ਬਿੱਲ ਰਾਜ ਸਭਾ ਦੇ ਵਿੱਚ ਲਿਆਂਦਾ ਜਾਵੇ ਤਾਂ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰੇ। ਇਹ ਇਸ ਸਮੇਂ ਆਮ ਆਦਮੀ ਪਾਰਟੀ ਤੁਸੀਂ ਕਹਿ ਸਕਦੇ ਹੋ ਕਿ ਉਮੀਦ ਲਗਾ ਕੇ ਬੈਠੀ ਹੈ। ਪਰ ਪ੍ਰਤਾਪ ਬਾਜਵਾ ਦੀ ਸਟੇਟਮੈਂਟ ਵੀ ਸਿੱਧੀ ਹੈ ਔਰ ਪ੍ਰਤਾਪ ਬਾਜਵਾ ਹਵਾਲਾ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਏਜੰਸੀਆਂ ਤੇ ਪੁਲਿਸ ਦੇ ਜ਼ਰੀਏ ਕਾਂਗਰਸ ਦੇ ਲੀਡਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਰਕੇ ਆਮ ਆਦਮੀ ਪਾਰਟੀ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਪਹਿਲਾਂ ਜ਼ਰੂਰ ਸਟੇਟ ਯੂਨਿਟਸ ਦੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ। मैं सबसे बड़ा, मैं ही नहीं, मैं जब अपनी बात करता हूं मैं कांग्रेस की बात कर रहा हूं, पंजाब की, सारे कांग्रेस का काडर और लीडर्स जो हैं वो इस बात के एडवोकेट हैं। हम इस बात का समर्थन करते हैं कि मजबूत लीडरशिप होनी चाहिए नरेंद्र मोदी के खिलाफ। मगर मेरा यह मानना है कि ये जो अरविंद केजरीवाल और आम आदमी जमात है ये एक सिक्के के दो पहलू। यही मैं पार्टी लीडरशिप को कह रहा हूं, गलतफहमी में मत रहिए, ये दो सिक्के नहीं हैं, ये एक ही सिक्के के दो पहलू। बीजेपी की ये बी टीम है, जहां जहां भी टेसिड अंडरस्टैंडिंग के साथ इनको एक एजेंडा दे रखा है। ਤਾਂ ਵਿਵਾਦ ਜਾਂ ਕਹੀਏ ਕਿ ਇਹ ਸਮਰਥਨ ਮਿਲਣਾ ਮੁਸ਼ਕਿਲ ਨਜ਼ਰ ਆਉਂਦਾ ਹੈ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਵੱਲੋਂ ਤੇ ਕਿ ਬਿਨਾਂ ਕਾਂਗਰਸ ਤੋਂ ਰਾਜ ਸਭਾ ਦੇ ਵਿੱਚ ਉਸ ਬਿੱਲ ਦੇ ਖਿਲਾਫ ਆਮ ਆਦਮੀ ਪਾਰਟੀ ਸਮਰਥਨ ਇਕੱਠਾ ਕਰ ਪਾਏਗੀ। ਇਹ ਵੱਡਾ ਸਵਾਲ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਤੇ ਇਸ ਸੰਬੰਧੀ ਇੱਕ ਵੀਡੀਓ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਦੇ ਉੱਤੇ ਪੋਸਟ ਕੀਤਾ ਜਿਸ ਦੇ ਆਧਾਰ ਦੇ ਉੱਤੇ ਮਨੀਸ਼ ਸਿਸੋਦੀਆ ਦੇ ਨਾਲ ਬਦਸਲੂਕੀ ਦੇ ਇਲਜ਼ਾਮ ਲਗਾਏ ਗਏ ਨੇ। ਇਹ ਵੀਡੀਓ ਸਿਸੋਦੀਆ ਨੂੰ ਪੇਸ਼ੀ ਦੇ ਉੱਤੇ ਲੈ ਕੇ ਜਾਣ ਦਾ ਹੈ। ਵੀਡੀਓ ਦੇ ਨਾਲ ਹੀ ਕੇਜਰੀਵਾਲ ਨੇ ਸਵਾਲ ਚੁੱਕਿਆ ਕਿ ਪੁਲਿਸ ਨੂੰ ਇਸ ਤਰ੍ਹਾਂ ਮਨੀਸ਼ ਜੀ ਦੇ ਨਾਲ ਦੁਰਵਿਵਹਾਰ ਕਰਨ ਦਾ ਅਧਿਕਾਰ ਹੈ ਕਿ ਪੁਲਿਸ ਨੂੰ ਅਜਿਹਾ ਕਰਨ ਦੇ ਲਈ ਉੱਪਰ ਤੋਂ ਕਿਹਾ ਗਿਆ ਹੈ। ਇਸ ਟਵੀਟ ਦੇ ਜਵਾਬ ਦੇ ਵਿੱਚ ਦਿੱਲੀ ਪੁਲਿਸ ਦਾ ਟਵੀਟ ਆਇਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ, ਰਾਉਜ਼ ਐਵਨਿਊ ਕੋਰਟ ਦੇ ਵਿੱਚ ਪੇਸ਼ੀ ਸਮੇਂ ਸ਼੍ਰੀ ਮਨੀਸ਼ ਸਿਸੋਦੀਆ ਦੇ ਨਾਲ ਪੁਲਿਸ ਦੁਰਵਿਵਹਾਰ ਦੀ ਗੱਲ ਗਲਤ ਪ੍ਰਚਾਰ ਹੈ। ਵੀਡੀਓ ਦੇ ਵਿੱਚ ਪ੍ਰਚਾਰੀ ਜਾ ਰਹੀ ਪੁਲਿਸ ਦੀ ਕਾਰਵਾਈ ਸੁਰੱਖਿਆ ਦੇ ਪੱਖੋਂ ਜ਼ਰੂਰੀ ਸੀ। ਨਿਆਇਕ ਹਿਰਾਸਤ ਦੇ ਵਿੱਚ ਮੁਲਜ਼ਮ ਦੇ ਵੱਲੋਂ ਮੀਡੀਆ ਨੂੰ ਬਿਆਨ ਜਾਰੀ ਕਰਨਾ ਕਾਨੂੰਨ ਦੇ ਖਿਲਾਫ ਹੈ। ਥੋੜੀ ਦੇਰ ਦੇ ਵਿੱਚ ਅਸੀਂ ਤੁਹਾਨੂੰ ਫਰਕ ਤਾਂ ਪੈਂਦਾ ਦੇ ਵਿੱਚ ਦਿਖਾਉਣ ਜਾ ਰਹੇ ਹਾਂ ਦ ਬਰਨਿੰਗ ਕਾਰ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਗਈ। ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਆਖਿਰ ਇਹ ਪੂਰੀ ਘਟਨਾ ਵਾਪਰੀ ਕਿੱਥੇ ਆ ਔਰ ਜਿਹੜੇ ਲੋਕ ਇਸ ਦੇ ਵਿੱਚ ਸਵਾਰ ਸੀ ਉਹਨਾਂ ਦਾ ਕੀ ਇਸ ਸਮੇਂ ਹਾਲ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਸਾਬਕਾ ਮੁੱਖ ਮੰਤਰੀ ਚੰਨੀ ਤੇ ਕ੍ਰਿਕਟਰ ਤੋਂ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦਾ ਹਮਲਾ ਮੰਗਲਵਾਰ ਨੂੰ ਵੀ ਜਾਰੀ ਹੈ ਤੇ ਹੁਣ ਮੁੱਖ ਮੰਤਰੀ ਨੇ ਸਿੱਧੇ ਤੌਰ ਤੇ ਸਾਬਕਾ ਸੀਐਮ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਮੈਂ ਕ੍ਰਿਕਟਰ ਨੂੰ ਵੀ ਸਾਹਮਣੇ ਲੈ ਕੇ ਆਵਾਂਗਾ। ਚੰਨੀ ਸਾਹਿਬ ਨੂੰ ਮੈਂ ਕਹਿ ਦਿੰਦਾ ਕਿ 2-4 ਦਿਨ ਹੋਰ ਲਾ ਲਓ, ਭਾਣਜਿਆਂ ਦੇ ਭਤੀਜਿਆਂ ਨੂੰ ਪੁੱਛ ਲਓ, ਹੋ ਸਕਦਾ ਤੁਹਾਨੂੰ ਪੁੱਛੇ ਬਿਨਾਂ ਵੀ ਕੰਮ ਕਰਦੇ ਹੋਣ, ਨਹੀਂ ਮੈਂ ਪਲੇਅਰ ਸਾਹਮਣੇ ਲੈ ਆਉਣਾ, ਫਿਰ ਉਹਨਾਂ ਦੀ ਕੁਝ ਨਹੀਂ ਰਹਿਣੀ। ਇਸ ਕਰਕੇ ਕਿਰਪਾ ਕਰਕੇ ਢਕੇ ਰਹੋ ਤਾਂ ਚੰਗਾ ਹੈ। ਹਾਂ, ਜਾਂਚ ਇਹਦੀ ਜ਼ਰੂਰ ਕਰਾਂਗੇ ਕਿ ਕਿਹੜੀ ਕਿ ਐਂ ਦੋ ਕਰਨ ਦਾ ਮਤਲਬ ਕੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਸੀਐਮ ਚੰਨੀ ਨੇ ਬੀਤੇ ਦਿਨ ਚਮਕੌਰ ਸਾਹਿਬ ਸਥਿਤ ਗੁਰਦੁਆਰਾ ਸਾਹਿਬ 'ਚ ਅਰਦਾਸ ਕਰਦਿਆਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਸੀ। ਆਪ ਜੀ ਨੂੰ ਅਰਦਾਸ ਕਰਦਾ ਔਰ ਸੱਚਾਈ ਬਿਆਨ ਕਰਦਾ ਕਿ ਮੈਂ ਕਦੇ ਵੀ ਕਿਸੇ ਨੂੰ
ਆਪਣੇ ਭਾਣਜੇ ਕੋਲ ਨੌਕਰੀ ਲਈ ਪੈਸੇ ਲੈਣ ਲਈ ਨਹੀਂ ਭੇਜਿਆ, ਨਾ ਮੰਗੇ। ਜਦੋਂ ਸਿਆਸੀ ਇਲਜ਼ਾਮ ਤਰਾਸ਼ੀਆਂ 'ਚ ਮੁੱਦਈ ਨੂੰ ਵੀ ਪੇਸ਼ ਕਰਨ ਦੇ ਪੁਖਤਾ ਦਾਅਵੇ ਹੋਣ, ਫਿਰ ਫਰਕ ਤਾਂ ਪੈਂਦਾ ਹੈ। ਤੇ ਹੁਣ ਗੱਲ ਗੁਰਬਾਣੀ ਦੇ ਪ੍ਰਸਾਰਣ ਦੀ। ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਦੇ ਮੁੱਦੇ ਉੱਤੇ ਐਸਜੀਪੀਸੀ ਨੇ ਆਪਣਾ ਪੱਖ ਰੱਖਿਆ। ਸਾਹਮਣੇ ਆਏ ਰਜਿੰਦਰ ਸਿੰਘ ਧਾਮੀ ਜਿਹੜੇ ਉਹ ਫਾਲ ਕਰਨ ਉਹ ਵੀ ਆ ਜਾਣ। ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪ੍ਰਸਾਰਣ ਦੇ ਲਈ ਜਲਦ ਐਸਜੀਪੀਸੀ ਟੈਂਡਰ ਮੰਗੇਗੀ। ਅਖਬਾਰਾਂ ਦੇ ਜ਼ਰੀਏ ਓਪਨ ਟੈਂਡਰ ਦਿੱਤੇ ਜਾਣਗੇ। ਨਾਲ ਹੀ ਲਾਈਵ ਪ੍ਰਸਾਰਣ ਦੌਰਾਨ ਇਤਰਾਜ਼ਯੋਗ ਇਸ਼ਤਿਹਾਰ ਨਾ ਆਉਣ, ਇਸ ਨੂੰ ਲੈ ਕੇ ਸਬ ਕਮੇਟੀ ਐਗਰੀਮੈਂਟ ਦੀਆਂ ਸ਼ਰਤਾਂ ਵੀ ਤੈਅ ਕਰੇਗੀ। ਅਸੀਂ ਓਪਨ ਟੈਂਡਰ ਦੇਵਾਂਗੇ ਅਖਬਾਰ ਦੇ ਵਿੱਚ, ਜਿਹਦੀ ਵੀ ਰੂਹ ਕਰਦੀ ਆ, ਜਿਹਦੇ 'ਚ ਵੀ ਜਥਾ ਸ਼ਕਤੀ ਆ, ਪਰ ਸ਼ਰਤ ਹੋਊਗੀ ਕਿ ਵਰਲਡ ਵਾਈਡ ਉਹ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਟੈਲੀਕਾਸਟ ਕਰੇ। ਧਾਮੀ ਨੇ ਸੀਐਮ ਮਾਨ ਨੂੰ ਹੱਦ ਦੇ ਵਿੱਚ ਰਹਿ ਕੇ ਬਿਆਨ ਦੇਣ ਦੀ ਨਸੀਹਤ ਵੀ ਦਿੱਤੀ। ਤਾਂ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਮੁਫਤ ਗੁਰਬਾਣੀ ਪ੍ਰਸਾਰਣ ਦੀ ਵਕਾਲਤ ਕੀਤੀ ਤੇ ਨਾਲ ਹੀ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ। ਕਦੇ ਤਾਂ ਕਹਿੰਦੇ ਜੀ ਗੋਲਕਾਂ ਦੇ ਵਿੱਚ ਪੈਸੇ ਪਾਉਣੇ ਬੰਦ ਕਰ ਦਿਓ, ਕਦੇ ਕਹਿੰਦੇ ਆ ਜੀ ਇਹ ਤੋਤੇ ਆ। ਤੇ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਤੁਸੀਂ ਦਿੱਲੀ ਵਾਲਿਆਂ ਦੇ ਤੋਤੇ ਆ? ਮਾਮਲਾ ਬਹੁਤ ਜ਼ਿਆਦਾ ਗੰਭੀਰ ਹੈ, ਇਹ ਤੇ ਵਿਚਾਰ ਕਰਨਾ ਚਾਹੀਦਾ ਹੈ। ਇੱਕ ਚੈਨਲ ਨੂੰ ਰਾਈਟਸ ਨਹੀਂ ਹੋਣੇ ਚਾਹੀਦੇ। ਗੁਰਬਾਣੀ ਸਰਬ ਸਾਂਝੀ ਗੁਰਬਾਣੀ ਹੈ, ਗੁਰਬਾਣੀ ਮਨੁੱਖਤਾ ਦਾ ਭਲਾ ਮੰਗਣ ਵਾਲੀ ਹੈ। ਫ੍ਰੀ ਟੂ 에ਅਰ ਹੋਵੇ, ਜਿਹੜਾ ਮਰਜ਼ੀ ਚੈਨਲ ਚਲਾਵੇ। ਜਿਹੜੇ ਉਹ 'ਚ ਫਾਲ ਸ਼੍ਰੋਮਣੀ ਕਮੇਟੀ ਦੇ ਮੁਤਾਬਿਕ 11 ਸਾਲਾਂ ਦਾ ਪ੍ਰਸਾਰਣ ਟੈਂਡਰ 24 ਜੁਲਾਈ ਨੂੰ ਖਤਮ ਹੋਣ ਜਾ ਰਿਹਾ ਹੈ। ਹੁਣ ਸਵਾਲ ਜ਼ਰੂਰ ਹੈ ਕਿ ਆਖਿਰ ਪ੍ਰਸਾਰਣ ਦਾ ਦੁਬਾਰਾ ਟੈਂਡਰ ਮਿਲਦਾ ਕਿਸ ਨੂੰ? ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੁੱਕੇ ਗਏ ਸਵਾਲਾਂ ਤੇ ਐਸਜੀਪੀਸੀ ਪ੍ਰਧਾਨ ਜਵਾਬ ਦਿੰਦੇ ਵੀ ਨਜ਼ਰ ਆਏ। ਅਤੇ ਮੁੱਖ ਮੰਤਰੀ ਨੂੰ ਭਾਸ਼ਾ ਦੀ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਨ ਦੀ ਨਸੀਹਤ ਕਮੇਟੀ ਪ੍ਰਧਾਨ ਨੇ ਦਿੱਤੀ। ਦਰਅਸਲ ਮੁੱਖ ਮੰਤਰੀ ਦੇ ਵੱਲੋਂ ਜਲੰਧਰ ਚੋਣ ਪ੍ਰਚਾਰ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ, ਜਿਸ ਨੂੰ ਲੈ ਕੇ ਧਾਮੀ ਨੇ ਮੁੱਖ ਮੰਤਰੀ ਤੇ ਪਲਟਵਾਰ ਕੀਤਾ। ਸੋ ਜਿਹੜਾ ਸ਼੍ਰੋਮਣੀ ਕਮੇਟੀ ਹੈ ਉਹ ਤਾਂ ਕਹਿੰਦੇ ਅਕਾਲੀ ਦਲ ਦੀ ਹੈ। ਲੈ, ਨਾਲੇ ਅਕਾਲੀ ਦਲ ਕਹਿੰਦੇ ਅਸੀਂ ਤਾਂ ਰਾਜਨੀਤਿਕ ਪਾਰਟੀਆਂ, ਜਦੋਂ ਉਧਰ ਜਾਣਾ ਹੁੰਦਾ ਕਹਿੰਦੇ ਧਾਰਮਿਕ ਪਾਰਟੀਆਂ। ਤੇ ਇਹ ਤੁਸੀਂ ਕਿਹੜੀਆਂ ਪਿਰਤਾਂ ਦੇ ਕੇ ਸਾਨੂੰ ਹੁਣ ਸਮਝਾ ਰਹੇ ਆ? ਅਸੀਂ ਹੁਣ ਸਿਧਾਂਤ ਤੁਹਾਡੇ ਕੋਲੋਂ ਸਮਝਣੇ ਆ? ਮੈਂ ਕੌੜਾ ਬੋਲ ਨਹੀਂ ਬੋਲਣਾ ਚਾਹੁੰਦਾ, ਪਰ ਦੁੱਖ ਅੰਦਰ ਮਹਿਸੂਸ ਹੁੰਦਾ। ਇਹ ਗੱਲ ਬਿਲਕੁਲ ਠੀਕ ਨਹੀਂ। ਆਪਣੀ ਲਿਮਿਟੇਸ਼ਨ ਦੇ ਵਿੱਚ ਰਹਿ ਕੇ ਗੱਲ ਕਰਿਆ ਕਰੋ। ਬੋਲੀ ਸੁਚੱਜੀ ਬੋਲਣੀ ਚਾਹੀਦੀ ਆ। ਇਹ ਕੋਈ ਨਾਟਕਕਾਰਾਂ ਦੀ ਸਟੇਜ ਨਹੀਂ ਪਈ ਜੋ ਮਰਜ਼ੀ ਬੋਲੀ ਜਾਈਏ। ਧਾਮੀ ਨੇ ਐਸਜੀਪੀਸੀ ਨੂੰ ਅਕਾਲੀ ਦਲ ਦਾ ਤੋਤਾ ਕਹੇ ਜਾਣ ਤੇ ਵੀ ਕਰੜਾ ਇਤਰਾਜ਼ ਜਤਾਇਆ। ਕਦੇ ਕਹਿੰਦੇ ਨੇ ਹਾਂਜੀ ਅਸੀਂ ਕੋਰਟ ਚੋਂ ਵਾਪਸ ਲੈ ਲਾਂਗੇ, ਅਗਲੇ ਦਿਨ ਫੇਰ ਮੁੱਕਰ ਜਾਂਦੇ ਨੇ। ਉਧਰੋਂ ਫੋਨ ਆ ਜਾਂਦਾ ਤਾਂ ਤੋਂ, ਉਹਨਾਂ ਦਾ ਫੋਨ ਆ ਜਾਂਦਾ ਜਿਹਦੇ ਤੋਤੇ ਨੇ ਇਹ, ਉਹ ਉਸੇ ਦੀ ਚੂਰੀ ਤੇ ਮਿੱਠੂ ਮਿੱਠੂ ਕਰਦੇ ਨੇ। ਤੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ, ਕਦੇ ਤਾਂ ਕਹਿੰਦੇ ਜੀ ਗੋਲਕਾਂ ਦੇ ਵਿੱਚ ਪੈਸੇ ਪਾਉਣੇ ਬੰਦ ਕਰ ਦਿਓ, ਕਦੇ ਕਹਿੰਦੇ ਆ ਜੀ ਇਹ ਤੋਤੇ ਆ। ਤੇ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਤੁਸੀਂ ਦਿੱਲੀ ਵਾਲਿਆਂ ਦੇ ਤੋਤੇ ਆ? ਭਾਸ਼ਾ ਦੀ ਮਰਿਆਦਾ ਜਨਤਕ ਪੱਧਰ ਤੇ ਜਦੋਂ ਕਿਸੇ ਵੱਲੋਂ ਵੀ ਭੁਲਾ ਦਿੱਤੀ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਕਿ ਐਸਜੀਪੀਸੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਜਲਦ ਟੈਂਡਰ ਕੱਢਣ ਜਾ ਰਹੇ ਹਾਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ, ਤਾਂ ਕਿ ਇਹ ਵਿਵਾਦ ਇੱਥੇ ਠੰਡਾ ਹੋਏਗਾ ਜਾਂ ਨਹੀਂ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਇਸ ਸਭ ਦੇ ਵਿਚਾਲੇ ਅੱਗੇ ਵਧਦੇ ਹਾਂ। ਯੂਪੀਐਸਸੀ ਦੇ ਵੱਲੋਂ ਸਿਵਲ ਸੇਵਾ ਪ੍ਰੀਖਿਆ ਦਾ ਜਿਹੜਾ ਨਤੀਜਾ ਹੈ ਉਹ ਅਨਾਉਂਸ ਕਰ ਦਿੱਤਾ ਗਿਆ। ਟਾਪ 4 ਦੇ ਵਿੱਚ ਸਿਰਫ ਕੁੜੀਆਂ ਦੇ ਨਾਮ ਹੀ ਸ਼ਾਮਲ। ਨੋਇਡਾ ਦੀ ਇਸ਼ਿਤਾ ਕਿਸ਼ੋਰ ਨੇ ਐਗਜ਼ਾਮ ਟਾਪ ਕੀਤਾ। ਬਿਹਾਰ ਦੇ ਬਕਸਰ ਦੀ ਗਰਿਮਾ ਲੋਹੀਆ ਦੂਜੇ ਨੰਬਰ ਤੇ ਰਹੇ। ਤੀਜੀ ਥਾਂ ਦੇ ਉੱਤੇ ਹੈਦਰਾਬਾਦ ਦੀ ਉਮਾ ਹਰਤ ਐਨ ਅਤੇ ਚੌਥੇ ਤੇ ਪ੍ਰਯਾਗਰਾਜ ਦੀ ਸਮ੍ਰਿਤੀ ਮਿਸ਼ਰਾ ਰਹੀ। ਇਹਨਾਂ ਦੇ ਮਾਰਕਸ ਰਿਜ਼ਲਟ ਦਾ ਐਲਾਨ करीब 15 दिनों बाद होगा। 8 घंटे से डरिए मत, आप अपने गोल के बारे में सोचिए जो रिक्वायर्ड है। आई डिड दैट रिवर्स कैलकुलेशन दैट दिस इज माय गोल एंड आई आस्क्ड माय सेल्फ ओके व्हाट इज इट दैट यू नीड टू डू, एंड फॉर मी इट वाज 8 to 9 hours every day. I did take my breaks, I did meet my friends, but yes they are few and far in between, so please be very consistent with your effort. ਫਾਈਨਲ ਰਿਜ਼ਲਟ ਦੇ ਵਿੱਚ ਕੁੱਲ 933 ਕੈਂਡੀਡੇਟਸ ਦਾ ਸਿਲੈਕਸ਼ਨ ਹੋਇਆ ਹੈ। ਯੂਪੀਐਸਸੀ ਨੇ 3 ਗੇੜ ਦੇ ਵਿੱਚ ਸਿਵਲ ਸੇਵਾ 2022 ਦੇ ਉਮੀਦਵਾਰਾਂ ਦੇ ਪਰਸਨਲ ਇੰਟਰਵਿਊ ਕੀਤੇ ਸੀ, ਜਿਸ ਦਾ ਤੀਜਾ ਤੇ ਫਾਈਨਲ ਫੇਜ਼ 18 ਮਈ ਨੂੰ ਖਤਮ ਹੋਇਆ ਸੀ।
ਤਾਂ UPSC ਦਾ ਸਿਵਲ ਸੇਵਾ ਦਾ ਐਗਜ਼ਾਮ ਸਭ ਤੋਂ ਮੁਸ਼ਕਿਲ ਐਗਜ਼ਾਮਸ ਦੇ ਵਿੱਚੋਂ ਇੱਕ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚ 933 ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਵੱਲੋਂ ਬਾਜ਼ੀ ਮਾਰੀ ਗਈ। ਉਧਰ ਜਿੱਥੇ ਦੇਸ਼ ਦੀਆਂ 4 ਬੇਟੀਆਂ ਨੇ ਪਹਿਲੇ 4 ਥਾਵਾਂ ਦੇ ਉੱਤੇ ਰੈਂਕ ਹਾਸਲ ਕੀਤਾ, ਤਾਂ ਉੱਥੇ ਹਰਿਆਣਾ ਦੀ ਬੇਟੀ ਵੀ ਪਹਿਲੇ 10 ਨੰਬਰਾਂ ਦੇ ਵਿੱਚ 10 ਪੋਜੀਸ਼ਨਸ ਦੇ ਵਿੱਚ ਰਹਿਣ 'ਚ ਕਾਮਯਾਬ ਰਹੀ। ਕੈਥਲ ਦੀ ਰਹਿਣ ਵਾਲੀ ਕਨਿਕਾ ਗੋਇਲ ਨੇ ਇਹਨਾਂ ਨਤੀਜਿਆਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ 9ਵਾਂ ਰੈਂਕ ਹਾਸਲ ਕੀਤਾ ਹੈ। ਕਨਿਕਾ ਆਪਣੇ ਮਾਪਿਆਂ ਦੀ ਇਕਲੌਤੀ ਬੇਟੀ ਹੈ, ਜਿਸ ਨੇ ਆਨਲਾਈਨ ਕੋਚਿੰਗ ਲੈ ਕੇ ਇਹ ਮੁਕਾਮ ਹਾਸਲ ਕੀਤਾ ਤੇ ਦੂਜੇ ਅਟੈਂਪਟ ਦੇ ਵਿੱਚ UPSC ਕਲੀਅਰ ਕਰ ਲਿਆ। ਪ੍ਰੀਲਿਮਸ ਹੁੰਦੇ ਨੇ, ਉਸ ਤੋਂ ਬਾਅਦ ਮੇਨ ਐਗਜ਼ਾਮ ਹੁੰਦਾ ਹੈ ਔਰ ਫਿਰ ਇੰਟਰਵਿਊ ਕਲੀਅਰ ਕਰਨੀ ਹੁੰਦੀ ਹੈ। ਦੇਸ਼ ਭਰ ਦੇ ਲੱਖਾਂ ਵਿਦਿਆਰਥੀ ਇਸ ਐਗਜ਼ਾਮ ਦੇ ਵਿੱਚ ਬੈਠਦੇ ਨੇ, ਇਸ ਐਗਜ਼ਾਮ ਦੇ ਲਈ ਤਿਆਰੀ ਕਰਦੇ ਨੇ ਔਰ ਕੁਝ ਸੈਂਕੜੇ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਐਗਜ਼ਾਮ ਨੂੰ ਕਲੀਅਰ ਕਰਨ ਦਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਸਿਵਲ ਸੇਵਾ ਪ੍ਰੀਖਿਆ ਨੂੰ ਕਲੀਅਰ ਕਰਨ ਤੋਂ ਬਾਅਦ ਜਿਹੜੇ IAS ਹੁੰਦੇ ਨੇ, ਜਿਵੇਂ ਆਪਣੇ ਜ਼ਿਲ੍ਹੇ ਦੇ ਵਿੱਚ DC ਨੇ, ਉਹ IAS ਹੁੰਦੇ ਨੇ, ਤਾਂ ਉਹੀ ਇਸ ਪ੍ਰੀਖਿਆ ਨੂੰ ਪਾਸ ਕਰਕੇ ਇਸ ਮੁਕਾਮ ਤੱਕ ਪਹੁੰਚਦੇ ਨੇ। IAS IPS ਸਾਰੇ UPSC ਦੀ ਸਿਵਲ ਸੇਵਾ ਪ੍ਰੀਖਿਆ ਨੂੰ ਕਲੀਅਰ ਕਰਕੇ पहुंचते हैं। कुछ कारण थे। पहला अकेली बेटी होने के कारण अपने पेरेंट्स को प्राउड फील कराना चाहती थी। दूसरा, आई वॉज ऑलवेज अट्रैक्टेड टुवर्ड सोशल रियलिटी और कुछ ऐसा करना चाहती थी कि जिससे लोगों के चेहरे पे खुशी ला पाऊँ। तो IAS इज़ एन इम्पॉर्टेंट थिंग और इज़ अ प्रोफेशन दैट अलाउज यू दैट। तो वो वहाँ से ये चीज़ है। जैसा कि आपने बताया कि आप सिंगल डॉटर चाइल्ड है, तो ये जो खुशी है ये दुगनी हो जाती है। ਤਾਂ ਵੱਡਾ ਮੁਕਾਮ ਹਾਸਲ ਕੀਤਾ ਇਹਨਾਂ ਵਿਦਿਆਰਥਣਾਂ ਨੇ, ਇਹਨਾਂ ਬੱਚਿਆਂ ਨੇ, ਜਿਨ੍ਹਾਂ ਨੇ ਖੂਬ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਇਹ ਐਗਜ਼ਾਮ ਕ੍ਰੈਕ ਕੀਤਾ। ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਦੀ। UPSC ਐਗਜ਼ਾਮ ਦਾ ਰਿਜ਼ਲਟ ਆਇਆ, ਇਸ ਕਰਕੇ ਅੱਜ ਦਾ ਸਵਾਲ UPSC ਦੇ ਨਾਲ ਹੀ ਜੁੜਿਆ ਹੋਇਆ ਤੇ ਸਵਾਲ ਹੈ ਕਿ UPSC ਦੀ ਪਹਿਲੀ ਪ੍ਰੀਖਿਆ ਕਦੋਂ ਕੰਡਕਟ ਕੀਤੀ ਗਈ ਸੀ, ਕਦੋਂ ਹੋਈ ਸੀ। 4 ਆਪਸ਼ਨ ਤੁਹਾਨੂੰ ਦੇ ਰਿਹਾ, 1916, A 1916, B 1922, C 1929 ਜਾਂ ਆਪਸ਼ਨ D 1934। 4 ਆਪਸ਼ਨਸ ਕਲੀਅਰ ਨੇ ਕਿ ਆਜ਼ਾਦੀ ਤੋਂ ਪਹਿਲਾਂ ਹੀ UPSC ਦੇ ਵੱਲੋਂ ਜਿਹੜੀ ਪ੍ਰੀਖਿਆ ਉਹ ਲੈਣੀ ਸ਼ੁਰੂ ਕਰ ਦਿੱਤੀ ਗਈ ਸੀ। ਬਹੁਤ ਸਾਰੇ ਜਿਹੜੇ ਵਿਦਿਆਰਥੀ ਹੋਣਗੇ ਅੱਜ ਸਾਨੂੰ ਸੁਣ ਰਹੇ ਹੋਣਗੇ, ਇਨਫੈਕਟ UPSC ਦੀ ਖੂਬ ਤਿਆਰੀ ਜਿਨ੍ਹਾਂ ਨੇ ਪਿਛਲੇ ਸਾਲ ਕੀਤੀ ਹੋਏਗੀ ਤੇ ਉਹਨਾਂ ਦੇ ਮਿਹਨਤ ਦੇ ਮੁਤਾਬਿਕ ਸ਼ਾਇਦ ਨਤੀਜੇ ਇਸ ਵਾਰ ਨਾ ਹੋਣ। ਅਗਲੀ ਵਾਰੀ ਫਿਰ ਤਿਆਰੀ ਉਹ ਲਾਜ਼ਮੀ ਤੌਰ ਦੇ ਉੱਤੇ ਕਰਨਗੇ ਔਰ ਜਦੋਂ ਬਹੁਤ ਸਾਰੇ ਸਟੂਡੈਂਟਸ ਨੂੰ ਸੁਣਦੇ ਨੇ, ਜਿਵੇਂ रोहतक ਦੀ ਇਸ ਬੇਟੀ ਨੂੰ ਸੁਣ ਰਹੇ ਸੀ, ਉਮੀਦ ਹੈ ਕਿ ਜੇ ਇਸ ਵਾਰ ਕਲੀਅਰ ਨਹੀਂ ਕਰ ਸਕੇ ਉਹਨਾਂ ਤੱਕ ਵੀ ਇੱਕ ਸੁਨੇਹਾ ਜਾਏਗਾ ਕਿ ਜੇ रोहतक ਦੀ ਕਨਿਕਾ ਇਸ ਐਗਜ਼ਾਮ ਨੂੰ ਕ੍ਰੈਕ ਕਰ ਸਕਦੀ ਹੈ ਤਾਂ ਅਸੀਂ ਵੀ ਕਰ ਸਕਦੇ ਹਾਂ। ਉਹਨਾਂ ਦੇ ਲਈ ਵੀ ਅਗਲੀ ਵਾਰ ਦੇ ਲਈ ਆਲ ਦਾ ਬੈਸਟ। ਇਸ ਸਵਾਲ ਦਾ ਜਵਾਬ ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਹੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਹੁਣ ਵਧਦੇ ਹਾਂ ਅਗਲੀ ਖਬਰ ਵੱਲ। ਬਾਹਰਲੇ ਸੂਬਿਆਂ ਜਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਲਈ ਦਰਬਾਰ ਸਾਹਿਬ ਦੇ ਬਾਹਰ ਇੱਕ ਪੁੱਛਗਿੱਛ ਕੇਂਦਰ ਸ਼੍ਰੋਮਣੀ ਕਮੇਟੀ ਨੇ ਸਥਾਪਿਤ ਕੀਤਾ ਅਤੇ ਕੇਂਦਰ ਦੇ ਬਾਹਰ ਸੰਗਤਾਂ ਦੀ ਸਹੂਲਤ ਦੇ ਲਈ ਵੱਡੀ ਸਕਰੀਨ ਵੀ ਲਗਾਈ ਗਈ ਹੈ, ਜਿਸ ਤੇ ਮਰਿਆਦਾ ਸੰਬੰਧੀ ਸਾਰੀ ਜਾਣਕਾਰੀ ਨੂੰ 3 ਭਾਸ਼ਾਵਾਂ ਦੇ ਵਿੱਚ ਦੱਸਿਆ ਗਿਆ ਹੈ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਇਹ ਵੱਡੀ ਸਕਰੀਨ ਲਗਾਈ ਗਈ ਹੈ ਦਰਬਾਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ ਦੇ ਵਿੱਚ। ਇਸ ਤੋਂ ਇਲਾਵਾ ਇੱਕ ਪੁੱਛਗਿੱਛ ਕੇਂਦਰ ਵੀ ਬਣਾਇਆ ਗਿਆ ਹੈ। ਟੂਰਿਸਟ ਸਪੌਟ ਜਾਂ ਪਿਕਨਿਕ ਸਪੌਟ ਨਹੀਂ ਹੈ, ਬਲਕਿ ਇੱਕ ਆਸਥਾ ਦਾ ਕੇਂਦਰ ਹੈ। ਤਾਂ ਇੱਥੇ ਕਿਸ ਤਰੀਕੇ ਦੇ ਨਾਲ ਆਉਣਾ ਹੈ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਨਾਲ ਆਪਣੇ ਸਮਾਨ ਲੈ ਕੇ ਆਉਂਦੇ ਨੇ ਬਹੁਤ ਜ਼ਿਆਦਾ, ਤਾਂ ਉਹ ਗੱਠੜੀ ਘਰ ਕਿੱਥੇ ਕਿੱਥੇ ਨੇ, ਕਿੱਥੇ ਇੱਕ ਜਾਣਕਾਰੀ ਜਿਹੜੀ ਆ ਉਹ ਇਸ LED ਸਕਰੀਨ ਦੇ ਉੱਤੇ ਦਿੱਤੀ ਗਈ ਹੈ। ਰਹਿਤ ਮਰਿਆਦਾ ਸੰਬੰਧੀ ਵੀ ਹਰ ਜਾਣਕਾਰੀ ਸਕਰੀਨ ਦੇ ਉੱਤੇ ਹੋਵੇਗੀ ਤਾਂ ਜੋ ਨਾ ਕੋਈ ਵਿਵਾਦ ਹੋਵੇ, ਨਾ ਕਿਸੇ ਨੂੰ ਕੋਈ ਸਮੱਸਿਆ। ਕੱਪੜੇ ਕਿਸ ਤਰੀਕੇ ਦੇ ਇੱਥੇ ਪਾ ਕੇ ਅੰਦਰ ਜਾਣ ਦੀ ਇਜਾਜ਼ਤ ਹੋਏਗੀ ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਤਾਂ ਇਹ UK ਔਰ ਦੁਬਈ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਮਦਦ ਦੇ ਨਾਲ ਇਹ LED ਜਿਹੜੀ ਹੈ ਉਹ ਲਗਵਾਈ ਗਈ ਹੈ। ਸਕਰੀਨ ਦੀ ਸੇਵਾ ਦੇ ਵਿੱਚ ਵੱਡਾ ਯੋਗਦਾਨ ਬਾਹਰੋਂ ਆਏ ਪਰਿਵਾਰ ਨੇ ਦਿੱਤਾ ਤਾਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਖਾਸ ਮੌਕੇ ਖੁਦ ਅਰਦਾਸ ਵੀ ਕੀਤੀ। ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਵਿਵਾਦ ਇਸ ਕਰਕੇ ਹੋਇਆ ਸੀ ਕਿ ਇੱਕ ਲੜਕੀ ਜਦੋਂ ਅੰਦਰ ਜਾ ਰਹੀ ਸੀ ਦਰਬਾਰ ਸਾਹਿਬ ਦੇ, ਤਾਂ ਫਿਰ ਉੱਥੇ ਸੰਗਤ ਦੇ ਵਿੱਚ ਜਾਂ ਜਿਹੜੇ ਸੇਵਾਦਾਰ ਉੱਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਉਸ ਨੂੰ ਰੋਕਿਆ ਗਿਆ। ਬਾਅਦ ਦੇ ਵਿੱਚ ਇਹ ਵੀ ਤੱਥ ਨਿਕਲ ਕੇ ਸਾਹਮਣੇ ਆਇਆ ਕਿ ਡਰੈਸ ਦੀ ਵਜ੍ਹਾ ਦੇ ਨਾਲ ਹੀ ਉਸ ਕੁੜੀ ਨੂੰ ਰੋਕਿਆ ਗਿਆ ਸੀ। ਖੈਰ, ਉਮੀਦ ਹੈ ਕਿ ਇਸ LED ਦੇ ਨਾਲ, ਇਸ ਪੂਰੀ ਜਾਣਕਾਰੀ ਦੇ ਨਾਲ ਸੰਗਤ ਤੱਕ ਸਹੀ ਜਾਣਕਾਰੀ ਸਮੇਂ ਤੇ ਪਹੁੰਚ ਸਕੇਗੀ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਦੇ ਵਿੱਚ ਸ਼ਾਮਲ ਨਵੇਂ 98 ਐਮਰਜੈਂਸੀ ਰਿਸਪਾਂਸ ਵਹੀਕਲਸ ਨੂੰ ਹਰੀ ਝੰਡੀ ਦਿਖਾਈ।
98 ਐਮਰਜੈਂਸੀ ਰਿਸਪਾਂਸ ਵਹੀਕਲ ਦੇ ਵਿੱਚ 86 ਮਹਿੰਦਰਾ ਬੋਲੇਰੋ ਅਤੇ 12 ਮਾਰੂਤੀ ਅਰਟੀਗਾ ਕਾਰਾਂ ਸ਼ਾਮਿਲ ਨੇ। ਇਹਨਾਂ ਗੱਡੀਆਂ ਦੇ ਵਿੱਚ ਮੋਬਾਈਲ ਡਾਟਾ ਟਰਮੀਨਲ ਅਤੇ GPS ਵੀ ਲੱਗੀਆਂ ਹੋਈਆਂ ਨੇ। ਇਸ ਦੇ ਨਾਲ ਜਦੋਂ ਕੋਈ 112 ਹੈਲਪਲਾਈਨ ਨੰਬਰ ਡਾਇਲ ਕਰਕੇ ਮਦਦ ਮੰਗੇਗਾ ਤਾਂ ਪੁਲਿਸ ਫੌਰਨ ਮੌਕੇ ਦੇ ਉੱਤੇ ਪਹੁੰਚ ਜਾਵੇਗੀ। ਕਾਫੀ ਜਿਹੜੇ ਕੰਮ ਨੇ ਉਹ ਪੰਜਾਬ ਪੁਲਿਸ ਨਾਲ ਰਿਲੇਟਡ ਉਹ ਹੋਣਗੇ, ਜਿਨ੍ਹਾਂ ਦੇ ਵਿੱਚ ਕਮਿਊਨੀਕੇਸ਼ਨ ਸਿਸਟਮ ਹੈ ਉਹ 48 ਕਰੋੜ ਰੁਪਇਆ ਜਾਰੀ ਕਰ ਦਿੱਤਾ ਗਿਆ ਤਾਂ ਕਿ ਉਹ ਵਾਇਰਲੈਸ ਔਰ ਸੌਫਟਵੇਅਰ ਖਰੀਦੇ ਜਾ ਸਕਣ ਤੇ ਨਾਲ ਦੀ ਨਾਲ ਸਾਈਬਰ ਕ੍ਰਾਈਮ ਵਿੰਗ ਜਿਹੜੀਆਂ 30 ਕਰੋੜ ਰੁਪਇਆ ਸਾਈਬਰ ਨੂੰ ਅਪਡੇਟ ਕਰਨ ਲਈ ਅਸੀਂ ਕੀਤਾ ਕਿ ਸਾਈਬਰ ਕ੍ਰਾਈਮ ਜਿਹੜਾ ਉਹ ਅਪਡੇਟ ਹੋਵੇ। ਸੀਐਮ ਮਾਨ ਨੇ ਦਾਅਵਾ ਕੀਤਾ ਕਿ ਸਾਈਬਰ ਵਿੰਗ ਨੂੰ ਅਪਡੇਟ ਕਰਨ ਦੇ ਲਈ 30 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ ਸਾਈਬਰ ਕ੍ਰਾਈਮ ਰੇਟ ਕਾਫੀ ਵੱਧ ਚੁੱਕਿਆ ਹੈ, ਇਸ ਕਾਰਨ ਮੁਲਜ਼ਮਾਂ ਨੂੰ ਫੜਨਾ ਚੁਣੌਤੀ ਭਰਿਆ ਰਹਿੰਦਾ ਹੈ, ਪਰ ਹਾਈਟੈਕ ਉਪਕਰਨਾਂ ਦੀ ਮਦਦ ਨਾਲ ਪੁਲਿਸ ਅਪਡੇਟ ਹੁੰਦੇ ਹੋਏ ਹਾਈਟੈਕ ਬਣੇਗੀ। ਅੱਗੇ ਵਧਦੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਇੱਕ ਕਾਰ ਜੋ ਅੱਗ ਦਾ ਗੋਲਾ ਬਣ ਗਈ। ਲੁਧਿਆਣਾ ਜਲੰਧਰ ਹਾਈਵੇ ਦੇ ਉੱਤੇ ਫਗਵਾੜਾ ਦੇ ਨੇੜੇ ਇੱਕ ਚਲਦੀ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਗਈ। ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ। ਕਾਰ ਦੇ ਵਿੱਚ ਸੜਨ ਦੀ ਸਮੈਲ ਆਉਣ ਤੇ ਡਰਾਈਵਰ ਨੇ ਗੱਡੀ ਨੂੰ ਹਾਈਵੇ ਦੇ ਕਿਨਾਰੇ ਰੋਕ ਲਿਆ। ਗੱਡੀ ਤੋਂ ਧੂੰਆਂ ਨਿਕਲਦਾ ਦੇਖ ਕਾਰ ਸਵਾਰ ਪਰਿਵਾਰ ਫੌਰਨ ਹੇਠਾਂ ਉਤਰ ਆਇਆ। ਪਰਿਵਾਰ ਦੀ ਕਾਰ ਤੋਂ ਨਿਕਲਣ ਦੀ ਦੇਰ ਸੀ ਕਿ ਪਿੱਛੇ ਤੋਂ ਕਾਰ ਨੂੰ ਅੱਗ ਦੀਆਂ ਲਪਟਾਂ ਨੇ ਘੇਰ ਲਿਆ। ਮਾਮਲਾ ਭਾਜੀ ਲੁਧਿਆਣੇ ਤੋਂ ਟਾਂਡੇ ਜਾ ਰਹੇ ਸੀ ਪਿੰਡ, ਉਹਦੇ ਕੰਮ ਦੀ ਜ਼ਰੂਰੀ ਕੋਈ ਤੇ ਇਹ ਸਮੈਲ ਜੀ ਆਈ, ਜਦੋਂ ਗੱਡੀ ਨੂੰ ਅੱਗ ਲੱਗ ਕੇ ਧੂੰਆਂ ਨਿਕਲਿਆ ਜੀ। ਤੇ ਕਾਰਨ ਕੀ ਹੈ ਗੱਡੀ ਦੇ ਸੜਨ? ਪਤਾ ਨਹੀਂ ਜੀ, ਸੇਕ ਲੱਗ ਗਿਆ ਕਿੱਦਾਂ ਹੋ ਗਿਆ, ਸਮਝ ਨਹੀਂ ਆਈ। ਕਾਰ ਮਾਲਕ ਨੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਦੇ ਉੱਤੇ ਸੱਦਿਆ, ਪਰ ਜਦੋਂ ਤੱਕ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਉਸ ਸਮੇਂ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ। ਇਹ ਫਗਵਾੜੇ ਦੇ ਵਿੱਚ ਚਾਚੋਕੀ ਦੇ ਕੋਲ ਗੱਡੀ ਨੂੰ ਅੱਗ ਪੈ ਗਈ, ਜਿਸ ਤੋਂ ਬਾਅਦ ਤੁਰੰਤ ਫਗਵਾੜਾ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ ਅਤੇ ਉਹਨਾਂ ਦੇ ਨੁਕਸਾਨ ਨੂੰ, ਉਹਨਾਂ ਦੀ ਕੋਈ ਵੀ ਜਾਨ ਦੇ ਨੁਕਸਾਨ ਨੂੰ ਬਚਾਇਆ ਗਿਆ ਜੀ। ਫਿਲਹਾਲ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੀ ਵਜ੍ਹਾ ਦੇ ਨਾਲ ਅੱਗ ਲੱਗੀ ਹੋ ਸਕਦੀ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ 23 ਮਈ ਦੇ ਇਤਿਹਾਸ ਦੀ। 23 ਮਈ ਦਾ ਇਤਿਹਾਸ ਕੀ ਕੁਝ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 23 ਮਈ ਦਾ ਇਤਿਹਾਸ ਚੀਨ ਤਿੱਬਤ ਦੇ ਨਾਲ ਜੁੜਿਆ ਹੋਇਆ ਹੈ। ਚੀਨ ਨੇ ਤਿੱਬਤ ਦੇ ਉੱਤੇ ਕਬਜ਼ਾ ਕੀਤਾ ਸੀ 23 ਮਈ ਦੇ ਹੀ ਦਿਨ। ਸਾਲ ਸੀ 1951। 23 ਮਈ 1951 ਤੋਂ ਪਹਿਲਾਂ ਤਿੱਬਤ ਇੱਕ ਆਜ਼ਾਦ ਮੁਲਕ ਹੁੰਦਾ ਸੀ, ਪਰ 23 ਮਈ 1951 ਦਾ ਦਿਨ ਤਿੱਬਤ ਦੇ ਇਤਿਹਾਸ ਦੇ ਵਿੱਚ ਕਾਲਾ ਦਿਨ ਲੈ ਕੇ ਆਇਆ। ਤਿੱਬਤੀ ਅੱਜ ਵੀ ਇਸ ਦਿਨ ਨੂੰ ਕਾਲੇ ਦਿਵਸ ਦੇ ਤੌਰ ਦੇ ਉੱਤੇ ਮਨਾਉਂਦੇ ਨੇ। ਇਸ ਦਿਨ ਚੀਨ ਨੇ ਤਿੱਬਤ ਦੇ ਉੱਤੇ ਕਬਜ਼ਾ ਕਰ ਲਿਆ ਸੀ। ਇਸ ਦਿਨ ਹੀ ਚੀਨ ਦੇ ਦਬਾਅ ਦੇ ਵਿੱਚ ਆ ਕੇ ਦਲਾਈ ਲਾਮਾ ਨੇ 17 ਸੂਤਰੀ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਸਨ।